Hello, Sasikal. So today we have to do a numerical problem on gantry girder. So let's start. So ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਕੀ ਆ ਆਪਾਂ ਕੁਐਸਚਨ ਉਤਾਰਦੇ ਹਾਂ So design a gantry girder without lateral restraint along its span without lateral restraint means ਕਿ ਉਹਨੂੰ lateral axis ਦੇ ਵਿੱਚ ਜਾਂ lateral direction ਦੇ ਵਿੱਚ ਕੋਈ ਵੀ support ਨਹੀਂ ਆ to be used in an industrial building carrying an overhead traveling crane and overhead traveling crane for the following data. So ਹੁਣ ਸਾਨੂੰ data ਕੀ ਕੁਝ given ਆ ਆਪਾਂ ਉਹ ਦੇਖਦੇ ਹਾਂ. The very first is center to center distance between columns. Columns ਦੇ ਵਿੱਚ center to center distance ਦਿੱਤਾ ਹੋਇਆ ਸਾਨੂੰ 7.5 meters. Crane capacity it is given as 200 kilonewton. Third point ਸਾਨੂੰ ਦਿੱਤਾ self weight of crane girder it is given as और ਨਾਲ bracket ਦੇ ਵਿੱਚ ਲਿਖਿਆ excluding trolley trolley ਦਾ weight ਅਸੀਂ ਨਹੀਂ ਲਿਆ ਹੋਇਆ ਉਹਦੇ ਤੋਂ ਇਲਾਵਾ it is 200 kilonewtons. Next ਹੈ self weight of trolley ਜਾਂ ਜਿਹਨੂੰ ਅਸੀਂ crab ਵੀ ਕਿਹਾ ਸੀ self weight of trolley or it is also known as crab. Electric motor hook etc ਇਹਨਾਂ ਸਾਰਿਆਂ ਦਾ ਮਿਲਾ ਕੇ ਭਾਰ ਦਿੱਤਾ ਹੋਇਆ 40 kilonewtons. Minimum hook approach is given. It is given as 1.2 meters. Next given a distance between wheel centers. जिसनों ਅਸੀਂ wheel base भी कहने हैं. Wheel base and it is given as 3.5 meters. Next है साढ़े कोलो center to center distance between gantry rails. Distance between gantry rails and it is given as 15 meters. Next has self weight of rail section. It is given as 300 newtons per meter. And last is yield stress of steel. And it is given as 250 megapascals or 250
न्यूटन पर स्क्वायर mm। सो ये डाटा सानू गिवन आ। सो हुण इन्हां नूं वारी वारी समझिए। सब तो पहला तो आपां लास्ट टाइम वीडियो दे विच कीता सीगा कि किस ढंग दे नाल साडा कॉलम्स दे उत्ते गैंट्री गर्डर पिया। सो वी हैव दीज 4 कॉलम्स, 1 2 पैरेलल कॉलम्स इधर, ਆਪਾਂ ਸਿਰਫ ਫਿਲਹਾਲ ਦੀ ਘੜੀ 4 ਕਾਲਮਸ ਦੀ ਗੱਲ ਕਰਦੇ ਹਾਂ। ਠੀਕ ਹੈ ਜੀ। ਇਹਦੇ ਉੱਤੇ ਅਸੀਂ ਕਿਹਾ ਸੀਗਾ ਕਿ ਦਿਸ ਇਜ਼ ਆਰ ਗੈਂਟਰੀ ਗਰਡਰ, ਪਿੰਕ ਕਲਰ ਦੇ ਆਪਣੇ ਗੈਂਟਰੀ ਗਰਡਰਸ ਨੇ, ਰਾਈਟ। ਔਰ ਇਹਦੇ ਉੱਤੇ ਇੱਕ ਕ੍ਰੇਨ ਚੱਲ ਰਹੀ ਹੈ। ਮੈਂ ਕ੍ਰੇਨ ਦੀ ਸਿੰਗਲ ਲਾਈਨ ਕ੍ਰੇਨ ਸ਼ੋ ਕਰ ਦਿੰਦਾ ਤੁਹਾਨੂੰ। ਡਬਲ, ਵੈਸੇ ਕ੍ਰੇਨ ਡਬਲ ਪੈਰਲਲ ਟਰਸਿਸ ਹੁੰਦੀਆਂ, ਮਤਲਬ ਇੱਕ ਇੱਧਰ ਤੇ ਇੱਕ ਇੱਧਰ, ਉਹਦੇ ਉੱਤੇ ਫਿਰ ਕਰੈਬ ਚੱਲਦਾ ਹੁੰਦਾ। ਸੋ ਆਈ ਐਮ not taking that thing। ठीक है जी। सो दिस इज आवर क्रैब ਜਿਹਦੇ ਵਿੱਚ ਹੁੱਕ ਲਮਕਦੀ ਹੈ। ਸੋ ਦਿਸ ਇਜ਼ ਦਾ ਓਰੀਐਂਟੇਸ਼ਨ। ਨਾਓ ਹੁਣ ਅਸੀਂ ਗੱਲ ਕਰੀਏ ਕਿ ਸਾਡੀ ਪ੍ਰੋਬਲਮ ਦੇ ਵਿੱਚ ਕਿਸ ਢੰਗ ਨਾਲ ਦਿੱਤਾ। ਹੁਣ ਸੈਂਟਰ ਟੂ ਸੈਂਟਰ ਬਿਟਵੀਨ ਕਾਲਮਸ ਦੀ ਗੱਲ, ਉਹ ਇਹ ਵਾਲੇ ਸੈਂਟਰ ਟੂ ਸੈਂਟਰ ਕਾਲਮਸ ਦੀ ਗੱਲ ਵੀ ਕਰ ਸਕਦੇ ਆ ਤੇ ਇਹ ਵਾਲੇ ਸੈਂਟਰ ਟੂ ਸੈਂਟਰ ਕਾਲਮਸ ਦੀ ਗੱਲ ਕਰ ਸਕਦੇ ਆ। ਤੇ ਸਾਡੇ ਲਈ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਕਿਹੜੇ ਸੈਂਟਰ ਟੂ ਸੈਂਟਰ ਦੀ ਗੱਲ ਕਰਦੇ ਆ। ਸੋ ਉਹਦੇ ਲਈ ਤੁਹਾਨੂੰ 2 ਡਿਸਟੈਂਸ ਹਮੇਸ਼ਾ ਕੁਐਸਚਨ ਦੇ ਵਿੱਚ ਗਿਵਨ ਹੋਣਗੇ। ਹੁਣ ਜਿਵੇਂ ਤੁਹਾਨੂੰ ਪਤਾ ਦਿਸ ਇਜ਼ ਆਰ ਗੈਂਟਰੀ ਗਰਡਰ, ਪਿੰਕ ਕਲਰ ਦਾ ਆਪਣਾ ਕੀ ਹੈ ਗੈਂਟਰੀ ਗਰਡਰ। ਸੋ 2 ਗੈਂਟਰੀ ਗਰਡਰ ਦੇ ਵਿਚਲਾ ਸੈਂਟਰ ਟੂ ਸੈਂਟਰ ਡਿਸਟੈਂਸ ਸਾਨੂੰ ਗਿਵਨ ਆ, ਦੈਟ ਇਜ਼ 15 ਮੀਟਰਸ। ਠੀਕ ਆ। ਤੇ ਇਹ ਜਿਹੜਾ ਡਿਸਟੈਂਸ ਹੈ ਇਹਨੂੰ ਅਸੀਂ ਇਹ ਵੀ ਲਿਖ ਸਕਦੇ ਹਾਂ, ਦਿਸ ਇਜ਼ ਦ ਸਪੈਨ ਆਫ ਟਰਸ, ਜਾਂ ਜਿਹੜਾ ਟਰਸ ਬ੍ਰਿਜ ਆ ਸਾਡਾ ਉਹਦਾ ਸਪੈਨ ਆ। ਸੋ ਇਟ ਇਜ਼ 15 ਮੀਟਰਸ। ਤੇ ਬਾਕੀ ਜਿਹੜਾ ਹੁਣ ਸੈਂਟਰ ਟੂ ਸੈਂਟਰ ਡਿਸਟੈਂਸ ਬਿਟਵੀਨ ਕਾਲਮਸ ਆ ਉਹ ਸਾਨੂੰ ਆਟੋਮੈਟਿਕਲੀ ਕਲੀਅਰ ਹੋ ਗਿਆ ਕਿ ਜਿਹੜਾ ਰਾਈਟ ਸਾਈਡ ਦੇ ਉੱਤੇ 2 ਕਾਲਮਸ ਨੇ ਉਹਦਾ ਡਿਸਟੈਂਸ ਕਿੰਨਾ ਆ ਗਿਆ 7.5। ਸੋ ਦੈਟ ਮੀਨਸ ਅਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹਾਂ ਸਪੈਨ ਆਫ ਕ੍ਰੇਨ ਦਾ ਸਪੈਨ ਕਿੰਨਾ ਹੈ 15 ਮੀਟਰਸ। ਤੇ ਦੂਸਰਾ ਪਿੰਕ ਦੇ ਅਲੋਂਗ ਆ ਜਿਹੜਾ ਦੈਟ ਇਜ਼ ਸਪੈਨ ਆਫ ਗੈਂਟਰੀ ਗਰਡਰ ਦੀ ਲੈਂਥ ਹੈ ਆਪਣੇ ਕੋਲੋਂ 7.5 ਮੀਟਰ ਔਰ ਕ੍ਰੇਨ ਦੀ ਲੈਂਥ ਆਪਣੇ ਕੋਲੋਂ ਹੈਗੀ ਆ 15 ਮੀਟਰ। ਸੋ ਦੂਸਰੀ ਇਹ ਚੀਜ਼ ਆਪਣੀਆਂ 2 ਚੀਜ਼ਾਂ ਕਲੀਅਰ ਹੋ ਗਈਆਂ। ਨੈਕਸਟ ਤੀਸਰੀ ਚੀਜ਼ ਸਾਨੂੰ ਗਿਵਨ ਆ ਕ੍ਰੇਨ ਕੈਪੈਸਿਟੀ। ਕ੍ਰੇਨ ਕੈਪੈਸਿਟੀ ਦਾ ਮਤਲਬ ਹੈ ਕਿ ਜਿਹੜਾ ਹੁੱਕ ਦੇ ਉੱਤੇ ਤੁਹਾਡਾ ਭਾਰ ਲਮਕੇਗਾ, ਜਿਹੜਾ ਹੁੱਕ ਭਾਰ ਚੱਕੇਗੀ ਉਹ ਕਿੰਨਾ ਚੱਕਣ ਦੇ, ਅਲਟੀਮੇਟਲੀ ਤਾਂ ਉਹ ਹੁੱਕ ਨੇ ਚੱਕਣਾ, ਉਹਦੇ ਤੋਂ ਕਰੈਬ ਨੇ ਪਾਸ ਕਰਕੇ ਲੋਡ ਅਲਟੀਮੇਟਲੀ ਟਰਸ ਬ੍ਰਿਜ ਦੇ ਉੱਤੇ ਦੇਣਾ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਗੈਂਟਰੀ ਗਰਡਰ ਤੇ ਆਣਾ। ਸੋ ਬੇਸਿਕਲੀ ਕ੍ਰੇਨ ਕੈਪੈਸਿਟੀ ਦਾ ਮਤਲਬ ਕਿ ਉਹ ਮੈਂਬਰ ਕਿੰਨਾ ਭਾਰ ਚੱਕ ਸਕਦਾ ਹੁੱਕ ਦੇ ਨਾਲ, that is called crane capacity and sometimes it is also called hook capacity। ठीक है जी। it is also sometimes called hook capacity means कि वो कितना भार ਚੱਕ ਸਕਦਾ। so this point is also clear now। ਉਸ ਤੋਂ ਅੱਗੇ ਇਹ ਤਾਂ ਹੋ ਗਿਆ ਕਿ ਕ੍ਰੇਨ ਜਾਂ ਹੁੱਕ ਕਿੰਨਾ ਭਾਰ ਚੱਕ ਸਕਦੀ ਆ। ਹੁਣ ਆ ਗਈ ਗੱਲ ਕਿ ਕ੍ਰੇਨ ਦਾ ਆਪਣਾ ਭਾਰ ਕਿੰਨਾ, ਦਿਸ ਕ੍ਰੇਨ ਬ੍ਰਿਜ ਦਾ ਸੈਲਫ weight ਕਿੰਨਾ। ਸੋ ਉਹ ਸਾਨੂੰ ਗਿਵਨ ਆ 200 ਕਿਲੋ ਨਿਊਟਨਸ, ਪਰ ਉਹਦੇ ਵਿੱਚ ਉਹਨਾਂ ਨੇ ਟਰਾਲੀ ਜਾਂ ਕਰੈਬ ਦਾ ਭਾਰ ਨਹੀਂ ਲਿਆ ਹੋਇਆ। ਦੂਸਰੇ ਦੇ ਵਿੱਚ ਲਿਖਿਆ ਹੋਇਆ ਸੈਲਫ weight ਆਫ ਟਰਾਲੀ ਮਤਲਬ ਕਰੈਬ ਦਾ, ਤੇ ਉਹਨੂੰ ਚਲਾਉਣ ਦੇ ਲਈ ਇਲੈਕਟ੍ਰਿਕ ਮੋਟਰ ਜਾਂ ਹੁੱਕ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਭਾਰ ਹੈ ਉਹ ਕੁੱਲ ਮਿਲਾ ਕੇ ਆਪਾਂ ਨੂੰ ਕਿੰਨਾ ਗਿਵਨ ਆ 40 ਕਿਲੋ ਨਿਊਟਨ। ਕ੍ਰੇਨ ਬ੍ਰਿਜ ਦਾ ਸਾਨੂੰ ਦਿੱਤਾ 200 ਕਿਲੋ ਨਿਊਟਨਸ ਤੇ ਇਸ ਕਰੈਬ ਦਾ ਕਿੰਨਾ ਹੈ 40 ਕਿਲੋ ਨਿਊਟਨ। ਸੋ ਇਹ ਸਾਨੂੰ ਕੁਐਸਚਨ ਦੇ ਵਿੱਚ ਗਿਵਨ ਆ। ਸੋ ਇਹ ਵੀ ਕਲੀਅਰ ਹੋ ਗਿਆ। ਨੈਕਸਟ ਇਜ਼ ਮਿਨੀਮਮ ਹੁੱਕ ਅਪਰੋਚ। ਤਾਂ ਤੁਹਾਨੂੰ ਮੈਂ ਲਾਸਟ ਟਾਈਮ ਦੱਸਿਆ ਸੀਗਾ ਕਿ ਗੈਂਟਰੀ ਗਰਡਰ ਦੇ ਉੱਤੇ ਜੇ ਅਸੀਂ ਇਸੇ ਚੀਜ਼ ਨੂੰ ਥੋੜਾ ਜਿਹਾ ਇਨਲਾਰਜ ਕਰਕੇ ਬਣਾਈਏ ਕਿ ਇਹ ਮੇਰਾ ਗੈਂਟਰੀ ਗਰਡਰ ਆ, ਯੈਲੋ ਕਲਰ ਦੇ ਕਾਲਮ ਦੇ ਉੱਤੇ ਪਿੰਕ ਕਲਰ ਦਾ ਇਹ ਗੈਂਟਰੀ ਗਰਡਰ ਪਿਆ ਹੋਇਆ, ਰਾਈਟ। ਹੁਣ ਇਹ ਵਾਲਾ ਜਿਹੜਾ ਮੇਰੇ ਕੋਲੋਂ ਕਾਲਮ ਹੈ ਇਹਦੇ ਉੱਤੇ ਉਲਟਾ ਕਰਕੇ ਇੱਕ ਚੈਨਲ ਪਿਆ, ਠੀਕ ਆ, ਆਈ ਸੈਕਸ਼ਨ। ਉਹਦੇ ਉੱਪਰ ਕੀ ਆ ਸਾਡੇ ਕੋਲੋਂ ਰੇਲ ਦਾ ਸੈਕਸ਼ਨ ਪਿਆ ਹੋਇਆ। ਹੁਣ ਇਸ ਰੇਲ ਦੇ ਸੈਕਸ਼ਨ ਦੇ ਉੱਤੇ ਆਪਣੇ ਕੋਲੋਂ ਕੀ ਆ ਇਹ ਟਰਸ ਬ੍ਰਿਜ ਚੱਲੇਗਾ, ਦਿਸ ਇਜ਼ ਆਰ ਟਰਸ ਬ੍ਰਿਜ। ਠੀਕ ਹੈ ਜੀ। ਇਹ ਆਪਣਾ ਟਰਸ ਬ੍ਰਿਜ ਆ ਔਰ ਇਸ ਟਰਸ ਬ੍ਰਿਜ ਦੇ ਉੱਤੇ ਸਾਡੀ ਚੱਲੇਗੀ ਕਰੈਬ। ਸੋ ਇੱਥੇ ਤੱਕ ਤਾਂ ਸਾਨੂੰ ਕਲੀਅਰ ਹੋ ਗਿਆ। ਤਾਂ ਮੈਂ ਤੁਹਾਨੂੰ ਲਾਸਟ ਟਾਈਮ ਸਮਝਾਇਆ ਸੀ ਪਿਛਲੀ ਵੀਡੀਓ ਵਿੱਚ ਕਿ ਜਦੋਂ ਤੁਹਾਡਾ ਕਰੈਬ ਪੂਰੀ ਦੀ ਪੂਰੀ ਲੈਫਟ ਪੋਜੀਸ਼ਨ ਦੇ ਉੱਤੇ ਆ ਜਾਏਗੀ ਤਾਂ ਵੀ ਉਹਦੀ ਜਿਹੜੀ ਹੁੱਕ ਹੋਏਗੀ, ਜਿਹੜੀ ਸੈਂਟਰ ਦੇ ਵਿੱਚੋਂ ਲਮਕਦੀ ਹੋਏਗੀ, ਉਹ ਗੈਂਟਰੀ ਗਰਡਰ ਦੇ ਬਿਲਕੁਲ ਉੱਪਰ ਨਹੀਂ ਆ ਸਕਦੀ। ਉਹ ਗੈਂਟਰੀ ਗਰਡਰ ਤੋਂ ਕੁਝ ਡਿਸਟੈਂਸ ਦੇ ਉੱਤੇ ਰਹਿ ਜਾਏਗੀ। ਉਹ ਡਿਸਟੈਂਸ ਕੀ ਹੋਊਗਾ, ਆ ਮੇਰਾ ਗੈਂਟਰੀ ਗਰਡਰ ਦਾ ਸੈਂਟਰ ਆ ਤੇ ਆਹ ਵਾਲਾ ਮੇਰੇ ਕੋਲ ਹੈ ਹੁੱਕ। ਸੋ ਆ ਜਿਹੜਾ ਡਿਸਟੈਂਸ ਹੁੰਦਾ
that distance is called minimum hook approach. So this is my distance, minimum hook approach. So ਉਹ ਸਾਨੂੰ question ਦੇ ਵਿੱਚ given ਆ 1.2 meters. So ਇਹ ਵੀ ਸਾਡੇ ਕੋਲ clear ਹੋ ਗਿਆ. Next is distance between wheel centers. ਹੁਣ ਸਾਨੂੰ ਪਤਾ ਜਿਹੜਾ ਸਾਡਾ ਕ੍ਰੇਨ ਬ੍ਰਿਜ ਹੈ, ਆ ਜਿਹੜਾ ਕ੍ਰੇਨ ਬ੍ਰਿਜ ਮੈਂ ਬਣਾਇਆ ਹੋਇਆ, ਇਹਦੇ ਦੋ ਟਾਇਰ ਨੇ, ਮਤਲਬ ਦੋ ਕ੍ਰੇਨ ਬ੍ਰਿਜ ਪੈਰਲਲ ਨੇ ਤੇ ਇਹਦੇ ਦੋ ਟਾਇਰ ਨੇ ਰਾਈਟ ਹੇਅਰ। ਸੋ ਇਹਨਾਂ ਦੋ ਟਾਇਰਾਂ ਦੇ ਵਿਚਲਾ ਜਿਹੜਾ ਡਿਸਟੈਂਸ ਹੋਊਗਾ, ਇਹਨੂੰ ਆਪਾਂ ਲਾਸਟ ਟਾਈਮ ਨਾਮ ਦਿੱਤਾ ਸੀ, ਇਟ ਇਜ਼ ਕਾਲਡ ਵੀਲ ਬੇਸ, ਰਾਈਟ। ਕ੍ਰੇਨ ਬ੍ਰਿਜ ਦੇ ਟਾਇਰਾਂ ਦੇ ਵਿੱਚ, ਕ੍ਰੈਬ ਦੇ ਨਹੀਂ, ਯਾਦ ਰੱਖਣਾ, ਕ੍ਰੇਨ ਬ੍ਰਿਜ ਦੇ ਟਾਇਰਾਂ ਦੇ ਵਿੱਚ ਦੋ ਵੀਲਸ ਦੇ ਵਿੱਚ ਜਿਹੜਾ ਡਿਸਟੈਂਸ ਹੈ, that distance is called wheel base. So ਇਹ ਵੀ point clear ਹੋ ਗਿਆ। Next is ਜਿਹੜਾ ਰੇਲ ਸੈਕਸ਼ਨ ਪਿਆ ਜਿਹਦੇ ਉੱਤੇ ਆ ਕ੍ਰੇਨ ਨੇ ਚੱਲਣਾ, this rail section. So ਇਸ ਰੇਲ ਸੈਕਸ਼ਨ ਦਾ ਸੈਲਫ weight ਸਾਨੂੰ given ਹੈ, it is 300 newtons per meter or 0.3 ਕਿਲੋ ਨਿਊਟਨ ਪਰ ਮੀਟਰ। ਸੋ ਇਹ ਸਾਨੂੰ ਕੁਐਸਚਨ ਦੇ ਵਿੱਚ ਚੀਜ਼ ਦਿੱਤੀ ਹੈ। ਔਰ ਜਿਹੜਾ ਸਾਡਾ ਸਟੀਲ ਹੈ ਉਹਦੀ ਯੀਲਡ ਸਟ੍ਰੈਸ ਕਿੰਨੀ ਹੈ, Fy ਕਿੰਨੀ ਹੈ, that is 250 ਨਿਊਟਨਸ ਪਰ ਸਕੁਅਰ mm। ਸੋ ਇਹ ਡਾਟਾ ਸਾਨੂੰ ਸਾਰਾ ਗਿਵਨ ਆ, ਰਾਈਟ। ਸੋ ਹੁਣ ਅਸੀਂ ਸਭ ਤੋਂ ਪਹਿਲਾਂ ਕੁਐਸਚਨ ਸਟਾਰਟ ਕਰਨ ਦੇ ਲਈ ਅਸੀਂ ਪੁਆਇੰਟਸ ਚੈੱਕ ਕਰੀਏ ਕਿ ਸਾਡੇ ਕੋਲੋਂ ਕਿਹੜੇ-ਕਿਹੜੇ ਪੁਆਇੰਟਸ ਆ ਜਿਹੜੇ ਸਾਨੂੰ ਡਿਜ਼ਾਈਨ ਕਰਨ ਦੇ ਲਈ ਚਾਹੀਦੇ ਨੇ। ਸੋ ਲਾਸਟ ਟਾਈਮ ਕੁਝ ਪੁਆਇੰਟ ਸਮਝਾਏ ਸੀ, ਉਹਨਾਂ ਦੇ ਬੇਸਿਸ ਦੇ ਉੱਤੇ ਹੀ ਆਪਾਂ ਅੱਗੇ ਮੂਵ ਕਰਾਂਗੇ। ਸੋ ਮੈਂ ਪਹਿਲਾਂ ਥੋੜਾ ਜਿਹਾ ਚੀਜ਼ਾਂ ਇਰੇਜ਼ ਕਰ ਦਵਾਂ। ਨਾਓ ਮੂਵਿੰਗ ਓਵਰ ਟੂ ਸੋਲਿਊਸ਼ਨ। ਸੋ ਸੋਲਿਊਸ਼ਨ ਦੇ ਵਿੱਚ ਯਾਦ ਰੱਖਣਾ, ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਮ ਹੋਏਗਾ, ਕਿਸੇ ਵੀ ਸਟਰਕਚਰਲ ਮੈਂਬਰ ਨੂੰ ਡਿਜ਼ਾਈਨ ਕਰਨ ਦੇ ਲਈ ਸਾਡੇ ਕੋਲੋਂ ਸਭ ਤੋਂ ਪਹਿਲਾਂ ਕੰਮ ਹੁੰਦਾ ਆ ਉਹਦੇ ਉੱਤੇ ਜਿਹੜੇ ਲੋਡ ਲੱਗ ਰਹੇ ਆ ਉਹਨਾਂ ਬਾਰੇ ਪਤਾ ਹੋਣਾ, ਰਾਈਟ, ਕਿਉਂਕਿ ਅਸੀਂ ਉਹਨਾਂ ਲੋਡਸ ਨੂੰ ਹੀ ਤਾਂ ਚਕਵਾਣਾ। ਸੋ ਦ ਵੈਰੀ ਫਸਟ ਸਟੈਪ ਇਨ ਡਿਜ਼ਾਈਨ ਆਫ ਗੈਂਟਰੀ ਗਰਡਰ ਇਜ਼ ਡਿਜ਼ਾਈਨ ਲੋਡਸ। ਨਾਓ ਡਿਜ਼ਾਈਨ ਲੋਡਸ ਦੇ ਵਿੱਚ ਲਾਸਟ ਟਾਈਮ ਤੁਹਾਨੂੰ ਦੱਸਿਆ ਸੀਗਾ ਕਿ ਅਗਰ ਮੇਰਾ ਦਿਸ ਇਜ਼ ਮਾਈ ਗੈਂਟਰੀ ਗਰਡਰ, ਇਹ ਥੱਲੇ ਦੋ ਕਾਲਮਸ ਨੇ, ਤਾਂ ਇਸ ਗੈਂਟਰੀ ਗਰਡਰ ਦੇ ਉੱਤੇ ਤਿੰਨ ਤਰੀਕੇ ਦੀਆਂ ਫੋਰਸਿਸ ਲੱਗਦੀਆਂ, ਇੱਕ ਗੈਂਟਰੀ ਗਰਡਰ ਦੇ ਅਲੋਂਗ, ਇੱਕ ਗੈਂਟਰੀ ਗਰਡਰ ਦੇ ਅਕ੍ਰੋਸ, ਇੱਕ ਥੱਲੇ ਨੂੰ। ਜਿਹੜੀ ਥੱਲੇ ਨੂੰ ਲੱਗਦੀ ਆ ਉਹਨੂੰ ਅਸੀਂ ਬੋਲਦੇ ਹਾਂ ਵਰਟੀਕਲ ਲੋਡਸ, ਜਿਹੜੀ ਅਲੋਂਗ ਲੱਗਦੀ ਆ ਉਹਨੂੰ ਅਸੀਂ ਕਹਿੰਦੇ ਆ ਡਰੈਗ ਲੋਡ ਜਾਂ ਫਿਰ ਲੌਂਗੀਟਿਊਡਨਲ ਲੋਡਸ, ਔਰ ਜਿਹੜਾ ਅਕ੍ਰੋਸ ਦੀ ਗੈਂਟਰੀ ਗਰਡਰ ਲੱਗਦਾ ਜਾਂ ਟਰਾਂਸਵਰਸ ਡਾਇਰੈਕਸ਼ਨ ਦੇ ਵਿੱਚ ਲੱਗਦਾ, that is called, ਜਾਂ ਲੈਟਰਲ ਡਾਇਰੈਕਸ਼ਨ ਦੇ ਵਿੱਚ ਲੱਗਦਾ ਆ, that is called ਸਰਜ ਲੋਡ, ਰਾਈਟ। ਸੋ ਆਪਾਂ ਹੁਣ ਸਭ ਤੋਂ ਪਹਿਲਾਂ ਵਾਰੀ-ਵਾਰੀ ਗੱਲ ਕਰਾਂਗੇ। ਅਸੀਂ ਪਹਿਲੇ ਵਾਲੇ ਪੁਆਇੰਟ ਨੂੰ ਵਰਟੀਕਲ ਲੋਡ ਕਵਾਂਗੇ, ਦੂਸਰੇ ਦੇ ਵਿੱਚ ਸਰਜ ਲੋਡ, ਤੀਸਰੇ ਦੇ ਵਿੱਚ ਡਰੈਗ ਲੋਡ। ਅਸੀਂ ਇਸੇ ਸੀਰੀਅਲ ਵਾਈਜ਼ ਚੱਲਾਂਗੇ, ਠੀਕ ਹੈ ਜੀ। ਸੋ ਦ ਵੈਰੀ ਫਸਟ is vertical loading, vertical loading या vertical loads। now ਹੁਣ ਅਸੀਂ ਸਭ ਤੋਂ ਪਹਿਲਾਂ ਧਿਆਨ ਦਈਏ weight of crane ਦੇ ਕਰਕੇ maximum static V load due to weight of crane, crane ਦੇ weight ਕਰਕੇ maximum static V load ਕੀ ਆਏਗਾ, ਦੁਬਾਰਾ ਤੋਂ weight of crane ਦੇ ਕਰਕੇ maximum static V load ਕੀ ਆਏਗਾ। static V load ਦਾ ਮਤਲਬ ਕੀ ਹੈ, ਉਹ ਲੋਡ ਜਦੋਂ ਸਾਡੀ ਕ੍ਰੇਨ ਖੜੀ ਹੋਈ ਆ, ਸਟੈਟਿਕ ਮਤਲਬ ਖੜੀ ਹੋਈ ਆ, ਉਹ ਚੱਲਦੀ ਨਹੀਂ ਪਈ, ਤਾਂ ਉਦੋਂ ਇੱਕ ਵੀਲ ਦੇ ਉੱਤੇ ਉਸ ਕ੍ਰੇਨ ਦੇ ਆਪਣੇ ਸੈਲਫ ਵੇਟ ਦਾ ਮੈਕਸਿਮਮ ਕਿੰਨਾ ਭਾਰ ਆ ਸਕਦਾ। ਤਾਂ ਉਹਦੇ ਲਈ ਸਾਨੂੰ ਇੱਕ ਓਰੀਐਂਟੇਸ਼ਨ ਬਣਾਵਾਂ ਮੈਂ। ਇਹ ਮੇਰੇ ਦੋ ਗੈਂਟਰੀ ਗਰਡਰਸ ਹੋ ਗਏ, ਇਹਦੇ ਉੱਤੇ ਇੱਕ ਕ੍ਰੇਨ ਇੱਧਰ ਵਾਲੇ ਪਾਸੇ ਤੇ ਇੱਕ ਪੈਰਲਲ ਕ੍ਰੇਨ ਇੱਧਰ ਵਾਲੇ ਪਾਸੇ, ਠੀਕ ਹੈ ਜੀ। ਇਹ ਮੇਰੇ ਕੋਲ ਫੁੱਲ ਫਲੈਜ ਕ੍ਰੇਨ ਆ। ਸੋ ਇਹ ਮੇਰੇ ਚਾਰ ਟਾਇਰ ਹੋ ਗਏ, 1 wheel, second wheel, third wheel and fourth wheel। so basically ਆ ਸਾਡੇ ਕੋਲੋਂ ਟਰਸ ਹੈ, ਦੋ ਟਰਸਸ ਪੈਰਲਲ ਇਹ ਜੁੜੀਆਂ ਹੋਈਆਂ।
सो ਇਹਦੇ ਉੱਤੇ ਕ੍ਰੈਬ ਪਿਆ ਸੋ ਆਪਾਂ ਹਜੇ ਕ੍ਰੈਬ ਦੀ ਗੱਲ ਨਹੀਂ ਕਰਦੇ ਹੁਣ ਇਸ ਕ੍ਰੇਨ ਦਾ weight ਸਾਨੂੰ ਕੁਐਸਚਨ ਦੇ ਵਿੱਚ ਗਿਵਨ ਹੈ self weight of crane 200 kilonewtons now we have to divide this 200 kilonewtons load in onto 4 wheels 4 wheels ਦੇ ਉੱਤੇ ਜਾਏਗਾ ਸੋ ਆਪਣਾ ਮੈਕਸਿਮਮ ਸਟੈਟਿਕ wheel load ਕਿੰਨਾ ਹੋਏਗਾ it is 200 kilonewtons divided by 4 क्योंकि नंबर ऑफ व्हील्स किन्ने ने 4 ਆਪਾਂ ਨੂੰ ਕੁਐਸਚਨ ਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨਾ that self weight of crane girder ਸਾਨੂੰ ਕੁਐਸਚਨ ਦੇ ਵਿੱਚ ਕਿੰਨਾ ਮੈਂਸ਼ਨ ਕੀਤਾ ਹੋਇਆ ਟਰਾਲੀ ਤੋਂ ਬਿਨਾ 200 kilonewtons so it is due to weight of crane right दूसरी चीज ਇਹ ਆਪਣੇ ਕੋਲ ਆ ਗਿਆ 50 kilonewtons now दूसरा ਇਹ ਤਾਂ ਹੋ ਗਿਆ ਮੇਰੇ ਕੋਲੋਂ ਇਸ ਢੰਗ ਹੁਣ ਅਸੀਂ ਕੀ ਕਰਨਾ ਆ ਇਹ ਮੇਰੇ ਦੋ ਵਾਈਟ ਕਲਰ ਦੇ ਜਿਹੜੇ ਮੈਂ ਡਰਾ ਕੀਤੇ ਆ ਇਹ ਸਾਨੂੰ ਪਤਾ these are our gantries gantry girder ਰਾਈਟ ਉਹਦੇ ਉੱਤੇ ਆਪਣੇ ਕੋਲੋਂ this is my crane ਹੁਣ ਇਸ crane bridge ਦੇ ਉੱਤੇ ਮੈਂ ਡਰਾ ਕਰਨ ਲੱਗਾ ਆਪਣੀ crab so this is our crab ਰਾਈਟ ਇਸ crab ਦੇ ਚਾਰ ਟਾਇਰ ਨੇ ਚਾਰ wheels ਨੇ ਇਹਦੇ ਸੈਂਟਰ ਤੋਂ ਇੱਕ ਹੁੱਕ ਥੱਲੇ ਨੂੰ ਲੰਮ ਕਰੀ ਆ ਨਾਓ ਅਗਰ ਅਸੀਂ ਇਸ ਡਿਸਟੈਂਸ ਦੀ ਗੱਲ ਕਰੀਏ ਇੱਕ ਗੈਂਟਰੀ ਤੋਂ ਦੂਸਰੇ ਗੈਂਟਰੀ ਗਰਡਰ ਤੱਕ ਦਾ ਜਿਹੜਾ ਡਿਸਟੈਂਸ ਹੈ ਇਸ ਡਿਸਟੈਂਸ ਨੂੰ ਅਸੀਂ ਕੀ ਕਹਾਂਗੇ ਕਿੰਨਾ ਜਿੰਨੀ ਸਾਡੀ ਕ੍ਰੇਨ ਲੰਬੀ ਆ ਤੇ ਇਹਨੂੰ ਅਸੀਂ ਇਹ ਕਹਿ ਸਕਦੇ ਹਾਂ ਦਿਸ ਇਜ਼ ਸਪੈਨ ਆਫ ਕ੍ਰੇਨ ਸੋ ਮਤਲਬ ਜਾਂ ਲੈਂਥ ਆਫ ਕ੍ਰੇਨ ਐਲ ਦੇ ਪੈਰ ਵਿੱਚ ਸੀ ਹੁਣ ਪਹਿਲਾ ਹੋ ਗਿਆ ਮੇਰੇ ਕੋਲ ਮੈਕਸਿਮਮ ਸਟੈਟਿਕ ਵੀਲ ਲੋਡ ਕਿਹਦੇ ਕਰਕੇ ਕ੍ਰੇਨ ਦੇ weight ਦੇ ਕਰਕੇ ਕਿਉਂਕਿ ਕ੍ਰੇਨ ਦਾ weight ਜਿਹੜਾ ਹੈ ਉਹ स्टेबल खड़े हुए वेट दे उत्ते कितना सो दूसरा अपने को आ गया मैक्सिमम स्टैटिक व्हील लोड मैक्सिमम स्टैटिक व्हील लोड किदे करके ड्यू टू क्रेन लोड हुण इस क्रेन दे उत्ते जेड़ा लोड लग रहा आपां ओदी गल करन लगे राइट क्योंकि क्रेन चाहे चलदी होवे चाहे खड़ी होवे बेसिकली सिर्फ ਉਹਦੇ ਆਪਣੇ weight ਕਰਕੇ ਚਾਰ ਟਾਇਰਾਂ ਦੇ ਉੱਤੇ ਤਾਂ ਇਕੁਅਲੀ ਲੋਡ ਡਿਸਟ੍ਰੀਬਿਊਟ ਹੋ ਜਾਣਾ 50 ਕਿਲੋਨਿਊਟਨ ਦਾ ਰਾਈਟ ਹੁਣ ਉਹਦੇ ਤੇ ਗੱਲ ਆ ਗਈ ਕਿ ਆਪਣੀ ਜਿਹੜੀ ਕ੍ਰੈਬ ਚੱਲਣੀ ਆ ਰਾਈਟ ਦਿਸ ਕ੍ਰੈਬ ਇਸ ਕ੍ਰੈਬ ਦਾ ਭਾਰ ਕਿੰਨਾ ਕ੍ਰੈਬ ਇਲੈਕਟ੍ਰਿਕ ਮੋਟਰ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ 40 ਕਿਲੋਨਿਊਟਨ ਭਾਰ ਆ ਤੇ ਜਿਹੜੀ ਇਹ ਹੁੱਕ ਆ ਜਿਹੜਾ ਇਹਦੇ ਉੱਤੇ ਸਮਾਨ ਟੰਗਿਆ ਜਾਣਾ ਆ ਥੱਲੇ ਕੋਈ ਬੜੀ ਭਾਰੀ ਮਸ਼ੀਨ ਕੋਈ ਟੰਗੀ ਜਾ ਰਹੀ ਹੈ ਵਾਟਐਵਰ ਦ ਮਟੀਰੀਅਲ ਇਜ਼ ਠੀਕ ਹੈ ਨਾ ਉਹਦੇ ਉੱਤੇ ਜਿਹੜਾ ਲੋਡ ਚੱਕਣਾ ਇਹਨੂੰ ਅਸੀਂ ਉੱਪਰ ਨਾਮ ਦਿੱਤਾ ਸੀ ਦੈਟ ਇਜ਼ ਕ੍ਰੇਨ ਕੈਪੈਸਿਟੀ ਰਾਈਟ ਕਿ ਉਹਦੀ ਲੋਡ ਚੱਕਣ ਦੀ ਸ਼ਮਤਾ ਕਿੰਨੀ ਆ ਕਿਹਦੀ ਹੁੱਕ ਦੀ ਜਾਂ ਜਿਹਨੂੰ ਹੁੱਕ ਕੈਪੈਸਿਟੀ ਵੀ ਕਹਿ ਦਿੰਦੇ ਆ ਹੁਣ ਉਹਦੇ ਲਈ ਅਸੀਂ ਸਿੱਧਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲੋਂ ਇਹ ਚੀਜ਼ਾਂ ਮੂਵ ਕਰਨੀਆਂ ਨੇ ਰਾਈਟ ਸੋ ਕ੍ਰੇਨ ਲੋਡ ਦੇ ਕਰਕੇ ਆਪਾਂ ਹੁਣ ਉਹ ਦੇਖਣਾ ਆ ਜੇ ਮੂਵ ਕਰਨਗੀਆਂ मैक्सिमम स्टैटिक व्हील लोड ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਇਹ ਸਟੇਬਲ ਖੜਾ ਲੋਡ ਹੋਊਗਾ ਪਰ ਉਸ ਖੜੇ ਲੋਡ ਨੂੰ ਲੈਣ ਦੇ ਲਈ ਇੱਕ ਪੁਆਇੰਟ ਧਿਆਨ ਦੇਣਾ ਕਿ ਅਸੀਂ ਉਸ ਲੋਡ ਨੂੰ ਉਸ ਥਾਂ ਦੇ ਉੱਤੇ ਖੜਾਵਾਂਗੇ ਜਾਂ ਉਸ ਪੁਆਇੰਟ ਦੇ ਉੱਤੇ ਖੜਾਵਾਂਗੇ ਜਿੱਥੇ ਰੱਖਣ ਦੇ ਨਾਲ ਸਾਡੇ ਗੈਂਟਰੀ ਗਰਡਰ ਦੇ ਉੱਪਰ ਸਭ ਤੋਂ ਜ਼ਿਆਦਾ ਲੋਡ ਆਏਗਾ ਦੁਬਾਰਾ ਤੋਂ ਕਿ ਜਿਹੜਾ ਆਪਣੇ ਕੋਲੋਂ ਲੋਡ ਹੈ ਜਿਹੜਾ ਸਾਡੇ ਕੋਲੋਂ ਕ੍ਰੇਨ ਨੇ ਉੱਤੇ ਕ੍ਰੈਬ ਪਿਆ ਪਲੱਸ ਜਿਹੜਾ ਕ੍ਰੇਨ ਕੈਪੈਸਿਟੀ ਆ ਜਿਹੜਾ ਹੁੱਕ ਨੇ ਚੱਕਣਾ ਇਹ ਲੋਡ ਤੁਹਾਡਾ ਮੂਵ ਤਾਂ ਕਰੇਗਾ ਇਟ ਇਜ਼ ਫॉर श्योर ਪਰ ਇਹ ਮੂਵ ਕਰਕੇ ਕਿੱਥੇ ਜਾਵੇ ਕਿ ਇੱਕ ਗੈਂਟਰੀ ਗਰਡਰ ਦੇ ਉੱਤੇ ਚਾਹੇ ਅਸੀਂ ਲੈਫਟ ਗੈਂਟਰੀ ਗਰਡਰ ਦੀ ਗੱਲ ਕਰ ਲਈਏ ਚਾਹੇ ਰਾਈਟ ਦੀ ਕਿਸੇ ਵੀ ਇੱਕ ਗੈਂਟਰੀ ਗਰਡਰ ਦੇ ਉੱਤੇ ਮੈਕਸਿਮਮ ਲੋਡ ਆਵੇ ਅਸੀਂ ਉਸ ਪੋਜੀਸ਼ਨ ਦੇ ਉੱਤੇ ਇਸ ਕ੍ਰੈਬ ਕ੍ਰੇਨ ਕੈਪੈਸਿਟੀ ਨੂੰ ਰੱਖਾਂਗੇ ਰਾਈਟ ਕ੍ਰੇਨ ਕੈਪੈਸਿਟੀ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਆ 200 ਕਿਲੋਨਿਊਟਨਸ ਰਾਈਟ ਸੋ ਬੇਸਿਕਲੀ ਹੁਣ ਅਸੀਂ ਕੀ ਧਿਆਨ ਦੇਵਾਂਗੇ ਸੋ ਆਪਾਂ ਇੱਕ ਲੋਡਿੰਗ ਡਾਇਗਰਾਮ ਬਣਾਉਂਦੇ ਆ ਕਿ ਆ ਮੇਰੇ ਕੋਲੋਂ ਦੋ ਗੈਂਟਰੀ ਗਰਡਰਸ ਨੇ ਜਿਹੜੇ ਕਿ ਸਪੋਰਟ ਕਰ ਰਹੇ ਨੇ ਮੈਂ ਪਿੰਕ ਕਲਰ ਦੇ ਨਾਲ ਗੈਂਟਰੀ ਗਰਡਰਸ ਬਣਾ ਰਿਹਾ ਰਾਈਟ ਸੋ ਉਹਦੇ ਉੱਪਰ ਆ ਮੇਰੇ ਕੋਲ ਹੋ ਗਿਆ ਦੈਟ ਇਜ਼ ਸਪੈਨ ਆਫ ਕ੍ਰੇਨ ਕਿ ਮੇਰਾ ਜਿਹੜਾ ਕ੍ਰੇਨ ਹੈ ਕਿੰਨੀ ਲੰਬੀ ਹੈ ਦੈਟ ਇਜ਼ LC ਰਾਈਟ ਇਹ ਆਪਾਂ ਨੂੰ ਕੁਐਸਚਨ ਦੇ ਵਿੱਚ ਕਿੰਨੀ ਗਿਵਨ ਆ ਕ੍ਰੇਨ ਦੀ ਲੈਂਥ ਕਿੰਨੀ ਆ 15 ਮੀਟਰਸ ਆਪਾਂ ਪਹਿਲਾਂ ਹੀ ਦੇਖ ਲਿਆ ਸੀ ਨਾਓ ਹੁਣ ਜਿਹੜਾ ਹੁੱਕ ਦੇ ਉੱਤੇ ਲੋਡ ਲੰਮਕ ਰਿਹਾ ਪਲੱਸ ਜਿਹੜਾ ਕ੍ਰੈਬ ਦਾ ਲੋਡ ਹੋਊਗਾ ਉਹ ਇੱਕ ਤਰੀਕੇ ਨਾਲ ਪੁਆਇੰਟ ਲੋਡ ਆ
राइट। सो इट इज बेसिकली ये पॉइंट लोड। मैं इत्थे पॉइंट लोड लगा देना, किते भी लगा रहा मैं। हुण ये लोड कितना होगा, क्रैब दा अपना लोड मतलब 40 किलो न्यूटन्स प्लस क्रेन कैपेसिटी जिन्ना वो लोड चक सकदा, हुक जिहड़ी चक सकदी दैट इज 200 किलो न्यूटन्स। सो टोटल ये पॉइंट लोड किन्ने दा बन गया 240 किलो न्यूटन्स। अगेन कि जेड़ा असी क्रैब ते क्रेन कैपेसिटी ਨੂੰ ਅਸੀਂ ਕੀ ਮੰਨ ਕੇ ਚੱਲ ਲਿਆ ਪੁਆਇੰਟ ਲੋਡ, ਕਿਉਂਕਿ ਉਹ ਇੱਕ ਪੁਆਇੰਟ ਦੇ ਉੱਤੇ ਹੀ ਲੱਗੂਗਾ। ਠੀਕ ਆ, ਕ੍ਰੈਬ ਦਾ ਕੋਈ ਬਹੁਤਾ ਏਰੀਆ ਨਹੀਂ, ਉਹਨੂੰ ਵੀ ਅਸੀਂ ਪੁਆਇੰਟ ਲੋਡ ਕੰਸੀਡਰ ਕਰ ਲਿਆ, ਤੇ ਹੁੱਕ ਤਾਂ ਹੈ ਹੀ ਇੱਕ ਤਰੀਕੇ ਨਾਲ ਪੁਆਇੰਟ ਲੋਡ। ਸੋ ਉਹ ਜਿਹੜਾ ਪੁਆਇੰਟ ਲੋਡ ਹੈ ਸਾਡਾ ਆਪਾਂ ਦੇਖ ਲਿਆ ਦੈਟ ਇਜ਼ 40 ਕਿਲੋ ਨਿਊਟਨਸ, ਕ੍ਰੈਬ ਦਾ 200 ਕਿਲੋ ਨਿਊਟਨਸ ਜਿਹੜੀ ਉਹ ਚੱਕ ਸਕਦੀ ਹੈ ਕ੍ਰੇਨ ਕੈਪੈਸਿਟੀ ਦਾ, ਤਾਂ ਦੋਵਾਂ ਨੂੰ ਪਲੱਸ ਕਰਕੇ ਸਾਡੇ ਕੋਲ ਆ ਗਿਆ 240 ਕਿਲੋ ਨਿਊਟਨਸ। ਹੁਣ ਸਾਡੇ ਲਈ ਜਿਹੜਾ ਕੁਐਸਚਨ ਹੈ ਉਹ ਇਹ ਹੈ ਕਿ ਅਸੀਂ ਇਸ ਲੋਡ ਨੂੰ ਕਿੱਥੇ ਰੱਖੀਏ ਕਿ ਸਾਡੇ ਗੈਂਟਰੀ ਗਰਡਰ ਦੇ ਉੱਤੇ ਮੈਕਸਿਮਮ ਲੋਡ ਪਵੇ, ਚਾਹੇ ਉਹ ਕੋਈ ਵੀ ਗੈਂਟਰੀ ਗਰਡਰ, ਚਾਹੇ ਤੁਸੀਂ ਲੈਫਟ ਗੈਂਟਰੀ ਗਰਡਰ ਦੀ ਗੱਲ ਕਰ ਲਓ ਚਾਹੇ ਰਾਈਟ ਗੈਂਟਰੀ ਗਰਡਰ ਦੀ ਗੱਲ ਕਰ ਲਓ। ਤਾਂ ਹੁਣ ਅਸੀਂ ਇੱਕ ਇਟ ਇਜ਼ ਐਨ obvious ਥਿੰਗ ਕਿ ਮੇਰਾ ਜਿਹੜਾ ਇਹ 240 ਕਿਲੋ ਨਿਊਟਨ ਦਾ ਪੁਆਇੰਟ ਲੋਡ ਆ, ਅਗਰ ਉਹ ਬਿਲਕੁਲ ਗੈਂਟਰੀ ਗਰਡਰ ਦੇ ਉੱਪਰ ਆਏਗਾ, ਅਗਰ ਇਹ ਬਿਲਕੁਲ ਗੈਂਟਰੀ ਗਰਡਰ ਦੇ ਉੱਪਰ ਆਏਗਾ ਤੇ ਗੈਂਟਰੀ ਗਰਡਰ ਦੇ ਉੱਤੇ ਸਭ ਤੋਂ ਜ਼ਿਆਦਾ ਭਾਰ ਪਏਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਰਾਈਟ, ਸੋ ਇਟ ਇਜ਼ 240 ਕਿਲੋ ਨਿਊਟਨਸ। ਇਹ ਗੈਂਟਰੀ ਗਰਡਰ ਦੇ ਉੱਪਰ ਖੜਾ ਹੋਏਗਾ ਤਾਂ ਸਭ ਤੋਂ ਜ਼ਿਆਦਾ ਲੋਡ ਆਏਗਾ। ਰਾਈਟ, ਪਰ ਹੁਣ ਅਸੀਂ ਸਟਾਰਟਿੰਗ ਦੇ ਵਿੱਚ ਇੱਕ ਗੱਲ ਕੀਤੀ ਸੀ ਕਿ ਜਿਹੜਾ ਹੁੱਕ ਦਾ ਲੋਡ ਆ ਜਾਂ ਜਿਹੜੀ ਹੁੱਕ ਆ ਉਹ ਗੈਂਟਰੀ ਗਰਡਰ ਦੇ ਬਿਲਕੁਲ ਉੱਪਰ ਨਹੀਂ ਆ ਸਕਦੀ, ਉਹ ਉਹਦੇ ਤੋਂ ਕੁਝ ਡਿਸਟੈਂਸ ਦੇ ਉੱਤੇ ਰਹਿੰਦੀ ਆ। मैं दोबारा तो एक बारी बना देवां। सो दिस इज माय गैंट्री गर्डर, राइट, ओदे ऊपर पुट्ठा चैनल, ये गैंट्री गर्डर दी पूरी ओरिएंटेशन आ। ओदे ऊपर अपने कोलों रेल दा सैक्शन, राइट। हुण इस रेल दे सैक्शन दे ऊपर साडे कोलों की चल रही है, ट्रस, राइट। ये ओदा ट्रस दा ब्रिज दा व्हील आ, ठीक है जी। इस ट्रस ब्रिज के उपर साडे कोलों की पिया होया क्रैब। अगर मैं क्रैब नूं बिल्कुल लैफ्ट पोजीशन दे उत्ते लै भी आवां तां इस क्रैब दी सेंटर ऑफ ग्रैविटी या जिथे हुक लमकी हुई आ, राइट, सेंटर दे उत्ते, तां ओह गैंट्री गर्डर दे बिल्कुल उपर नहीं आ रही, ओह गैंट्री गर्डर तो कुछ डिस्टेंस दे उत्ते आ रही है, जिस डिस्टेंस नूं असीं की कहने आ मिनिमम हुक अप्रोच, या जिहनूं एक मैं लास्ट टाइम एक होर टर्म कही सी that distance is also called end clearance। सो ਇਹਦਾ मतलब ये हो गया कि जेड़ा मेरा 240 किलो न्यूटन आ सारी जिंदगी गैंट्री गर्डर दे बिल्कुल ऊपर नहीं आएगा। अगर वो नहीं आएगा फिर मैक्सिमम वो जेड़ा लोड आ किथे तक अप्रोच कर सकदा, वो जेड़ा लोड पेगा मिनिमम हुक अप्रोच ते पेगा। मतलब 240 किलो न्यूटन का जेड़ा लोड है वो पेगा एट ए डिस्टेंस ऑफ, वो डिस्टेंस कितना होएगा, दिस डिस्टेंस इज कॉल्ड मिनिमम हुक अप्रोच, इनू मैं L1 दे नाल डिनोट कर देना। और साडे क्वेश्चन दे विच अगर असीं ध्यान नाल देखिए मिनिमम हुक अप्रोच कितनी गिवन आ 1.2 मीटर्स। सो आपां हुण इस डिस्टेंस नू कितना ले लईए 1.2 मीटर्स। सो आपां नूं हुण पता लग गया कि उस क्रेन दे लोड दे करके, क्रेन लोड मतलब जिहड़ा क्रेन कैपेसिटी आ जिहड़ा उहने चकना, क्रेन कैपेसिटी प्लस क्रैब, ये दोवें चीज़ां इकट्ठियां ही मूव करनियां, ठीक आ। सो इन्हां दोवां दे लोड करके गैंट्री गर्डर उत्ते मैक्सिमम खड़िया होया लोड असीं की कर रहे हैं, असीं ये नहीं कह रहे कि वो मूव कर रहा, असीं कह रहे हैं कि वो मूव करके इहो जी किहड़ी पोजीशन दे उत्ते आवे कि जिथे गैंट्री गर्डर उत्ते सब तो ज्यादा भार आवे उस तो वध भार गैंट्री गर्डर दे उत्ते पै ही नहीं सकदा। सो आ जिहड़ा हुण आपां लोडिंग डायग्राम बनाया, दिस लोडिंग डायग्राम, ਇਹਦੇ ਤੋਂ ਸਾਨੂੰ ਇਹ ਪਤਾ ਲੱਗ ਗਿਆ ਕਿ ਇਸ ਤੋਂ ਵੱਧ ਲੋਡ ਸਾਡੇ ਗੈਂਟਰੀ ਗਰਡਰ ਉੱਤੇ ਨਹੀਂ ਪਊਗਾ, ਕਿਹਦੇ ਕਰਕੇ, क्रैब प्लस क्रेन कैपेसिटी करके। सो ਆਪਾਂ ਹੁਣ ਕੀ ਕਰਦੇ ਆ RA एंड RB। ਹੁਣ ਆਪਾਂ ਨੂੰ ਜਿਹੜਾ मैक्सिमम स्टैटिक व्हील लोड ਆ ਜਿਹੜਾ ਚੱਕਣਾ ਹੈ RA ਚੱਕੂਗਾ ਲੈਫਟ ਵਾਲਾ ਗੈਂਟਰੀ ਗਰਡਰ, ਕਿਉਂਕਿ ਉਹਦੇ ਸਿਰ ਦੇ ਉੱਤੇ ਆ ਕੇ ਖੜਾ ਆ। ਸੋ ਹੁਣ ਇਹਨੂੰ ਅਸੀਂ ਸਾਡਾ ਜਿਹੜਾ मैक्सिमम स्टैटिक व्हील लोड ਅਸੀਂ ਕਿਵੇਂ ਕੱਢਾਂਗੇ RA ਦੇ ਨਾਲ ਕੱਢਾਂਗੇ, ਠੀਕ ਹੈ ਜੀ। ਸੋ जस्ट आप RA ਕੱਢ ਲਵਾਂਗੇ, ਉਹ ਸਾਡਾ ਕੀ ਹੋਊਗਾ मैक्सिमम स्टैटिक व्हील लोड। ਕਿਵੇਂ ਕੱਢਾਂਗੇ RA,
मूवमेंट्स ਅਸੀਂ ਲੈ ਲਵਾਂਗੇ B ਪੁਆਇੰਟ ਦੇ ਅਬਾਊਟ ਟੇਕਿੰਗ मूवमेंट्स about B. This is point A, this is point B, this is point C. So B point the about movements लवांगे clockwise movements is equal to anti-clockwise movements. So ਅਸੀਂ A ਦੇ ਉੱਤੇ ਖੜੇ ਹਾਂ clockwise ਆਪਣੇ ਕੋਲੋਂ ਕੀ ਆ ਗਈ 240 into 1.2 और anti-clockwise ਕੀ है sorry it is not 240 into 1.2 it is anti-clockwise है क्योंकि ਅਸੀਂ B ਤੇ ਲੈ ਰਹੇ ਹਾਂ 240 into distance कितना हो जाएगा 15 minus 1.2 so ये साढ़े को distance आ जाएगा 15 minus 1.2 this is our distance right so दूसरा अपने को clockwise की है RA into distance कितना 15 meters so what is RA इन्हों solve करके अपने को RA आ रहा है 220.8 kilonewtons so अपने को RA कितना आ गया 220.8 kilonewtons now ਇਹ ਤਾਂ ਹੋ ਗਿਆ ਮੇਰੇ ਕੋਲੋਂ ਇੱਕ ਗੈਂਟਰੀ ਗਰਡਰ ਦੇ ਉੱਤੇ ਹੁਣ ਗੈਂਟਰੀ ਗਰਡਰ ਦੇ ਉੱਤੇ ਕ੍ਰੇਨ ਵੀਲਸ ਕਿੰਨੇ ਨੇ देयर आर 2 व्हील्स या फिर 2 क्रेन्स ठीक है 2 व्हील्स कह लो चाहे 2 क्रेन्स कह लो सो बेसिकली फिर अपने को RA डिस्टेंस कितना हो जाएगा RA जेड़ा हो जाएगा 220.8 ਦਾ हाफ कर देवांगे ड्यू टू 2 व्हील्स सो ये अपने को आ गया 110.4 kilonewtons right so this is loading diagram for maximum static load at ਕਿਹੜੇ ਗੈਂਟਰੀ ਗਰਡਰ ਦੇ ਉੱਤੇ ਲੈਫਟ ਵਾਲੇ RA ਗੈਂਟਰੀ ਗਰਡਰ ਦੇ ਉੱਤੇ ਠੀਕ ਹੈ ਜੀ ਸੋ ਸਾਡੇ ਕੋਲ ਹੁਣ 3 ਲੋਡਸ ਆ ਗਏ ਮਤਲਬ ਕਿਹਦੇ ਕਰਕੇ ਸਭ ਤੋਂ ਪਹਿਲਾਂ ਕ੍ਰੇਨ ਦੇ ਲੋਡ ਕਰਕੇ ਉਹ ਅਸੀਂ ਡਾਇਰੈਕਟਲੀ 4 ਨਾਲ ਡਿਵਾਈਡ ਕਰਤਾ ਬਿਕਾਜ਼ ਆਫ 4 wheels ਨੰਬਰ ਆਫ wheels ਕਿੰਨੇ ਸੀ 4 ਫਿਰ ਕ੍ਰੇਨ ਲੋਡ ਤੇ ਕ੍ਰੇਨ ਕੈਪੈਸਿਟੀ ਦੇ ਲਈ ਕੀਤਾ ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਡੇ ਕੋਲੋਂ ਸੋ ਉਹਦੇ ਵਿੱਚ ਅਸੀਂ ਇਹ ਦੇਖਿਆ ਕਿ ਸਾਡਾ ਜਿਹੜਾ ਮੈਕਸਿਮਮ ਸਟੈਟਿਕ ਵੀਲ ਲੋਡ ਹੈ ਕ੍ਰੇਨ ਕੈਪੈਸਿਟੀ ਪਲੱਸ ਕ੍ਰੈਬ ਦੇ weight ਦੇ ਕਰਕੇ ਕਿੱਥੇ ਖੜਾ ਹੋਵੇ ਕਿ ਸਾਡੇ ਗੈਂਟਰੀ ਗਰਡਰ ਦੇ ਉੱਤੇ ਸਭ ਤੋਂ ਜ਼ਿਆਦਾ ਲੋਡ ਆਵੇ ਤਾਂ ਜੋ ਉਸ ਤੋਂ ਜ਼ਿਆਦਾ ਲੋਡ ਥਰੂ ਆਊਟ ਲਾਈਫ ਗੈਂਟਰੀ ਗਰਡਰ ਦੇ ਉੱਤੇ ਨਾ ਪਵੇ ਸੋ ਇਹ ਦੋ ਸਾਡੇ ਕੋਲ ਹੋ ਗਏ ਵਰਟੀਕਲ ਲੋਡ ਰਾਈਟ ਸੋ ਹੁਣ ਸਾਡਾ ਮੈਕਸਿਮਮ ਸਟੈਟਿਕ ਵੀਲ ਲੋਡ ਦੋਵਾਂ ਨੂੰ ਪਲੱਸ ਕਰਕੇ ਕਿੰਨਾ ਆ ਜਾਏਗਾ ਸੋ ਦ ਮੈਕਸਿਮਮ ਸਟੈਟਿਕ ਵੀਲ ਲੋਡ ਵਿਲ ਬੀ it is equal to 50 kilonewtons पिछला plus 110.4 kilonewtons so total अपने को हो गया 160.4 kilonewtons so maximum static load is 160.4 kilonewtons the last time ਅਸੀਂ ਵੀਡੀਓ ਦੇ ਵਿੱਚ ਦੇਖਿਆ ਸੀ ਕਿ ਇੰਪੈਕਟ ਲੋਡ ਹੈ ਜਿਹੜਾ ਸਾਡਾ ਕਿਉਂਕਿ ਜਦੋਂ ਸਾਡੀ ਕ੍ਰੇਨ ਚੱਲੇਗੀ ਤਾਂ ਉਹਦੇ ਕਰਕੇ ਇੰਪੈਕਟ ਫੋਰਸਸ ਡਿਵੈਲਪ ਹੋਣਗੀਆਂ ਜਾਂ ਇੰਪੈਕਟ ਲੋਡ ਪਏਗਾ ਗੈਂਟਰੀ ਗਰਡਰ ਦੇ ਉੱਤੇ ਤਾਂ IS ਕੋਡ ਨੇ ਸਾਨੂੰ ਸੁਜੈਸਟ ਕੀਤਾ ਹੋਇਆ ਕਿ ਕਿੰਨੇ % ਅਸੀਂ ਇੰਪੈਕਟ ਫੋਰਸਸ ਕੰਸੀਡਰ ਕਰਨੀਆਂ ਕਿਸ ਤਰੀਕੇ ਦੇ ਲੋਡ ਵਿੱਚ ਜੇ ਵਰਟੀਕਲ ਲੋਡਿੰਗ ਆ ਤਾਂ ਉਹਦੇ ਵਿੱਚ ਕਿੰਨੀ ਆ ਜੇ ਤੁਹਾਡੇ ਕੋਲੋਂ ਸਰਜ ਲੋਡ ਆ ਤਾਂ ਉਹ ਅਲੱਗ ਲੈਣਾ ਜੇ ਤੁਹਾਡੇ ਕੋਲੋਂ ਡਰੈਗ ਲੋਡ ਆ ਤਾਂ ਉਹਦੇ ਲਈ ਅਲੱਗ ਸੋ ਬੇਸਿਕਲੀ ਆਪਾਂ ਗੱਲ ਕਰਾਂਗੇ impact load ਦੀ for vertical loads so ਸਾਡੇ ਕੋਲ first point so ਇਹਨੂੰ ਅਸੀਂ ਨਾਮ ਦੇ ਲੈਂਦੇ ਆ say this is first this is second ਹੁਣ ਆਪਾਂ third ਕੱਢਣ ਲੱਗੇ ਆ impact allowance ਕਹਿ ਲਓ ਚਾਹੇ impact load ਕਹਿ ਲਓ impact load so what is the impact load ਹੁਣ ਇਹ ਡਿਪੈਂਡ ਕਰਦਾ ਹੈ ਸਾਡਾ कि साड़ी किस तरीके दी क्रेन है so IS code दे accordingly let me show you so आ साडे कोलो क्वेश्चन लोड है
ਹੁਣ ਦੋ ਤਰੀਕੇ ਦੇ ਨਾਲ ਦਿੱਤਾ ਵਰਟੀਕਲ ਲੋਡਸ ਦੀਆਂ ਦੋ ਤਰੀਕੇ ਦੀਆਂ ਵੇਰੀਏਸ਼ਨਸ ਨੇ ਇੱਕ ਫॉर ਇਲੈਕਟ੍ਰੀਕਲੀ ਆਪਰੇਟਿਡ ਕ੍ਰੇਨਸ दूसरा है फॉर हैंड ऑपरेटेड क्रेन्स राइट सो अपने कोलों हुण इस टाइम केड़ी वाली क्रेन आ हुण सानू तां क्वेश्चन दे विच मैंशनड नहीं है पर इन नॉट डायरैक्टली मैंशन नहीं है पर इनडायरैक्टली सानू जदों ये दसता उन्हां ने साडे क्वेश्चन दे विच लेट मी शो यू कि ਆਪਾਂ ਨੂੰ ਸੈਲਫ ਵੇਟ ਆਫ ਟਰਾਲੀ ਡੀ ਪੁਆਇੰਟ ਦੇ ਵਿੱਚ ਇਲੈਕਟ੍ਰਿਕ ਮੋਟਰ ਜੇ ਇਲੈਕਟ੍ਰਿਕ ਮੋਟਰ ਹੈ ਤਾਂ ਦਿਸ ਇਜ਼ ਐਨ ਆਬਵੀਅਸ ਥਿੰਗ ਕਿ ਜਿਹੜੀ ਸਾਡੀ ਕ੍ਰੇਨ ਆ ਟਾਈਪ ਆਫ ਕ੍ਰੇਨ ਆ ਉਹ ਇਲੈਕਟ੍ਰੀਕਲੀ ਆਪਰੇਟਡ ਆ ਐਂਡ ਇਫ ਇਟ ਇਜ਼ ਨਾਟ ਮੈਂਸ਼ਨਡ ਇਨ ਕੁਐਸਚਨ ਤਾਂ ਤੁਸੀਂ ਕੋਈ ਵੀ ਲੈ ਸਕਦੇ ਹੋ ਹੈਂਡ ਆਪਰੇਟਡ ਵੀ ਤੇ ਇਲੈਕਟ੍ਰੀਕਲੀ ਆਪਰੇਟਡ ਵੀ ਨਾਓ ਹੁਣ ਸਾਡੇ ਕੋਲੋਂ ਇੰਪੈਕਟ ਅਲਾਊਂਸ ਅਸੀਂ ਦੇਖਣਾ ਸੀ ਸੋ ਆਪਣੀ ਇਲੈਕਟ੍ਰੀਕਲੀ ਆਪਰੇਟਡ ਆ ਸੋ ਵਰਟੀਕਲ ਲੋਡਸ ਫॉर ਇਲੈਕਟ੍ਰੀਕਲੀ ਆਪਰੇਟਡ ਕ੍ਰੇਨਸ ਸਾਨੂੰ ਕੁਐਸਚਨ ਦੇ ਵਿੱਚ ਕਿੰਨਾ ਦਿੱਤਾ ਹੋਇਆ it is 25% of maximum static wheel loads so ਆਪਾਂ ਹੁਣ ਫਿਰ ਉਸੇ ਕੁਐਸਚਨ ਵੱਲ ਚੱਲਦੇ ਹਾਂ 25% of maximum static wheel load so the impact load is 25% of maximum static wheel load so 25% into ਹੁਣ ਸਾਡੇ ਕੋਲ ਮੈਕਸਿਮਮ ਸਟੈਟਿਕ ਵੀਲ ਲੋਡ ਕਿੰਨਾ ਅਸੀਂ ਉਹਨੇ ਉੱਪਰ ਕੱਢ ਕੇ ਹਟੇ ਹਾਂ that is 160.4 so on solving this ਇਹ ਆਪਣੇ ਕੋਲ ਆ ਜਾਏਗਾ 40.1 ਕਿਲੋ ਨਿਊਟਨਸ ਸੋ ਇਹ ਮੇਰੇ ਕੋਲ ਆ ਗਿਆ ਇੰਪੈਕਟ ਅਲਾਊਂਸ ਸੋ ਆਪਣੇ ਕੋਲੋਂ ਪਹਿਲਾਂ ਤਾਂ ਸਟੈਟਿਕ ਵੀਲ ਲੋਡ ਨਹੀਂ ਸੀ ਹੁਣ ਇੰਪੈਕਟ ਲੋਡ ਐਡ ਕਰਕੇ ਸਾਡੇ ਕੋਲੋਂ ਟੋਟਲ ਮੈਕਸਿਮਮ स्टैटिक व्हील लोड है जेड़ा ये आ गया अपने कोलों 160.4 ऊपर वाले दो आपां कीते हुए सी प्लस हुण नवां साडे कोलों की आ गया इंपैक्ट ऐड करके 40.1 सो ये सॉल्व करके आ गया 200.5 किलो न्यूटन्स सो ये अपने कोलों मैक्सिमम स्टैटिक व्हील लोड आ गया सो ये वर्किंग लोड है ਤੇ ਆਪਾਂ ਕਿਹੜਾ ਲੋਡ ਡਿਜ਼ਾਈਨ ਦੇ ਵਿੱਚ ਯੂਜ਼ ਕਰਦੇ ਹਾਂ ਐਜ਼ ਵੀ ਆਰ ਯੂਜ਼ਿੰਗ ਲਿਮਿਟ ਸਟੇਟ ਮੈਥਡ ਸੋ ਆਪਾਂ ਯੂਜ਼ ਕਰਾਂਗੇ ਫੈਕਟਰਡ ਮੈਕਸਿਮਮ ਸਟੈਟਿਕ ਵੀਲ ਲੋਡ ਐਂਡ ਇਟ ਕਮਸ ਫੈਕਟਰ ਆਫ ਪਾਰਸ਼ੀਅਲ ਸੇਫਟੀ ਫੈਕਟਰ ਨਾਲ ਅਸੀਂ ਮਲਟੀਪਲਾਈ ਕਰਾਂਗੇ ਸੋ ਇਟ ਇਜ਼ 1.5 into 200.5 and it comes 300.75 ਸੋ ਹੁਣ ਤੋਂ ਸਾਡੇ ਕੁਐਸਚਨ ਦੇ ਲਈ मैक्सिमम स्टैटिक व्हील लोड अगर वर्किंग कंडीशन च लेना तो 200.5 और अगर फैक्टर्ड लेना तो इट इज 300.75 राइट सो ये साडे कोल हो गया वर्टिकल लोड्स प्लस इंपैक्ट लोड फॉर वर्टिकल लोड्स उस तो बाद अपने कोलों ए वर्टिकल लोडिंग कंप्लीट होगी सो नैक्सट अपने कोलों दूसरे तरीके की लोडिंग है सर्ज लोड्स या जिन्हों असी लेटरल लोड भी कह देंगे हुण गल आ गई जिहड़ा लेटरल लोड है वो कोई भी डायरैक्ट फोर्स तो नहीं लग रही साडे कोलों इदां तां नहीं कि जिवें वर्टिकल लोड कल्ले कल्ले चीज़ दे करके लग रहा कि इस चीज़ दे करके सर्ज लोड लग रहा सर्ज लोड एक तरीके नाल असी ये कह सकते हैं कि साडा सैकेंडरी लोड आ जिहड़ा कि डायरैक्ट नहीं लग रहा इट इज़ एक्टिंग इनडायरैक्टली किदां कि जदों तुहाडी क्रेन सडन स्टार्ट हुई या जिवें क्रैब सडन तुहाडी स्टार्ट हुई स्टॉप हुई या जदों क्रैब चल रही आ ये उदों फोर्सेस ऑटोमैटिकली डिवेलप हुंदियां ने राइट सो ये तां उहदे चलण दे नाल लग रही हैं अगर साडे कोलों क्रेन खड़ी आ गैंट्री गर्डर दे उपर सिंपल क्रैब भी खड़ा आ कुछ चीज़ चल नहीं रही ਤਾਂ ਉਹ ਸਾਡੇ ਕੋਲੋਂ ਕਿਹੜਾ ਇੱਕ ਤਰੀਕੇ ਨਾਲ ਵਰਟੀਕਲ ਲੋਡ ਆ ਗਿਆ ਉਹਦੇ ਵਿੱਚ ਸਰਜ ਨਹੀਂ ਪੈਦਾ ਹੋਏਗਾ ਸੋ ਸਰਜ ਉਦੋਂ ਪੈਦਾ ਹੋਏਗਾ ਸਰਜ ਲੋਡ ਜਦੋਂ ਉਹ ਕ੍ਰੇਨ ਤੁਹਾਡੀ ਜਾਂ ਕ੍ਰੈਬ ਤੁਹਾਡਾ ਮੂਵ ਕਰੇਗਾ ਸੋ ਉਹ ਇੱਕ ਤਰੀਕੇ ਦੇ ਨਾਲ ਅਸੀਂ ਫਿਰ ਕੀ ਕਰਾਂਗੇ ਉਹਦੇ ਲਈ ਅਸੀਂ ਇੰਪੈਕਟ ਅਲਾਊਂਸ ਲਵਾਂਗੇ ਸੋ ਹੁਣ ਸਾਡੇ ਕੋਲੋਂ ਦੂਸਰਾ ਪੁਆਇੰਟ ਦੇਖੋ ਵਰਟੀਕਲ ਲੋਡ ਤਾਂ ਹੋ ਗਏ ਹੁਣ ਆ ਗਿਆ ਹੌਰੀਜ਼ੌਂਟਲ ਫੋਰਸ ਟਰਾਂਸਫਰਡ ਟੂ ਰੇਲਸ ਰਾਈਟ ਜਿਹੜੀਆਂ ਕਿ ट्रांसवर्स है लेटरल है इतने ट्रांसवर्स टर्म आनी सी ट्रांसफर्ड नहीं ठीक है जी सो इट इज ट्रांसवर्स हुण
ਇਹਦੇ ਲਈ ਸਾਡੀ ਇਸ ਟਾਈਮ ਕ੍ਰੇਨ ਕਿਹੜੀ ਆ? ਆਪਣੀ ਕ੍ਰੇਨ ਹੈ electrically operated. So for that it is 10%. पर 10% ਕਿਹਦਾ? ਇਸ ਚੀਜ਼ ਦਾ ਖਿਆਲ ਰੱਖਣਾ, it is 10% of weight of crab plus crane capacity, right? So ਆਪਣਾ ਇਹ ਫਾਰਮੂਲਾ ਜਾਂ ਇਹ ਵੈਲਿਊ ਯੂਜ਼ ਹੋਏਗੀ, ਇੰਨੇ ਪਰਸੈਂਟ ਅਸੀਂ ਲਵਾਂਗੇ ਸਰਜ ਲੋਡ ਲਈ। ਸੋ ਲੇਟਰਲ ਲੋਡ ਜਾਂ ਸਰਜ ਲੋਡ ਪਰ ਵੀਲ ਇਹ ਅਸੀਂ ਕੱਢਣਾ। ਸੋ ਕਿੰਨਾ ਸਾਨੂੰ ਦਿੱਤਾ ਹੋਇਆ IS ਕੋਡ ਅਕੋਰਡਿੰਗਲੀ 10% ਆਫ ਕਿਹਦਾ ਹੁੱਕ ਲੋਡ ਜਾਂ ਕ੍ਰੇਨ ਕੈਪੈਸਿਟੀ ਜਿਹਨੂੰ ਅਸੀਂ ਬੋਲਦੇ ਆ, ਜਾਂ ਮੈਂ ਇੱਥੇ ਲਿਖ ਦਿੰਦਾ ਕ੍ਰੇਨ ਕੈਪੈਸਿਟੀ ਪਲੱਸ ਕ੍ਰੈਬ ਲੋਡ, ਕ੍ਰੈਬ ਦਾ ਆਪਣਾ weight। ਨਾਓ ਹੁਣ ਕੁਐਸਚਨ ਦੇ ਵਿੱਚ ਅਸੀਂ ਦੇਖੀਏ ਸਾਨੂੰ ਕ੍ਰੇਨ ਕੈਪੈਸਿਟੀ ਕਿੰਨੀ ਗਿਵਨ ਆ ਕਿ ਕਿੰਨਾ ਚੱਕ ਸਕਦਾ। ਸੋ ਕ੍ਰੇਨ ਕੈਪੈਸਿਟੀ ਇਜ਼ ਗਿਵਨ 200 ਕਿਲੋ ਨਿਊਟਨਸ, ਜਿਹਨੂੰ ਅਸੀਂ ਹੁੱਕ ਕੈਪੈਸਿਟੀ ਵੀ ਕਹਿ ਰਹੇ ਸੀ। ਸੋ ਇਟ ਇਜ਼ 200 ਕਿਲੋ ਨਿਊਟਨਸ ਪਲੱਸ ਕ੍ਰੈਬ ਲੋਡ, ਕ੍ਰੈਬ ਦਾ ਆਪਣਾ ਭਾਰ ਕਿੰਨਾ? 40। ਸੋ ਇਟ ਇਜ਼ 10% of 240 and it comes 24 ਕਿਲੋ ਨਿਊਟਨਸ। ਨਾਓ ਇਹ ਜਿਹੜਾ 24 ਕਿਲੋ ਨਿਊਟਨਸ ਆਇਆ, ਇਹ ਤੁਹਾਡਾ ਕਾਹਦੇ ਲਈ ਆਇਆ? ਫॉर 4 wheels। ਸੋ ਆਪਾਂ ਪਰ ਵੀਲ ਕੱਢਣਾ 24 ਕਿਲੋ ਨਿਊਟਨਸ ਡਿਵਾਈਡਡ ਬਾਈ 4। ਸੋ ਇਹ ਆ ਗਿਆ ਤੁਹਾਡੇ ਕੋਲੋਂ 6 ਕਿਲੋ ਨਿਊਟਨਸ। ਸੋ ਮੈਂ ਇੱਥੇ ਰੀਜ਼ਨ ਲਿਖ ਦਿੰਦਾ 4 ਇਜ਼ ਡਿਊ ਟੂ ਨੰਬਰ ਆਫ wheels। ਸੋ ਆਪਣੇ ਕੋਲੋਂ ਆ ਗਿਆ 6 ਕਿਲੋ ਨਿਊਟਨ। ਨਾਓ ਆਪਾਂ ਕੱਢ ਰਹੇ ਹਾਂ, ਇਹ ਤਾਂ ਹੋ ਗਿਆ ਵਰਕਿੰਗ ਕੰਡੀਸ਼ਨ ਦੇ ਵਿੱਚ ਫੈਕਟਰਡ ਲੇਟਰਲ ਲੋਡ। ਫੈਕਟਰਡ lateral load per wheel, it is 1.5 into 6, it is 9 kilonewton, right? So ਆਪਣੇ ਕੋਲੋਂ ਹੁਣ ਦੋ ਵੈਲਿਊਜ਼ ਕਿਹੜੀਆਂ ਜ਼ਰੂਰੀ ਹੋ ਗਈਆਂ ਸਾਡੇ ਲਈ? ਮੈਂ ਇੱਕ ਵਾਰੀ ਦੁਬਾਰਾ ਤੋਂ ਤੁਹਾਨੂੰ ਟਿਕ ਕਰਵਾ ਦਵਾਂ ਜਿਹੜੀਆਂ ਵੈਲਿਊਜ਼ ਸਾਡੇ ਲਈ ਜ਼ਰੂਰੀ ਹੋਣਗੀਆਂ। ਮੈਕਸਿਮਮ ਸਟੈਟਿਕ ਵੀਲ ਲੋਡ ਵਰਕਿੰਗ ਤੇ ਫੈਕਟਰਡ, ਉਸੇ ਤਰੀਕੇ ਨਾਲ ਲੇਟਰਲ ਲੋਡ ਪਰ ਵੀਲ ਵਰਕਿੰਗ ਤੇ ਫੈਕਟਰਡ। ਸੋ ਤੀਸਰੇ ਤਰੀਕੇ ਦਾ ਲੋਡ ਆਪਣੇ ਕੋਲੋਂ ਆ ਗਿਆ longitudinal load, which are also known as drag loads। drag loads ਹੁਣ ਇਹ ਵੀ ਸਿਮਿਲਰਲੀ ਇਹ ਕਿਹਦੇ ਕਰਕੇ? ਕ੍ਰੇਨ ਜਦੋਂ ਗੈਂਟਰੀ ਗਟਰ ਦੇ ਉੱਤੇ ਚੱਲੇਗੀ ਉਹਦੇ ਸਡਨ ਸਟਾਪ ਦੇ ਕਰਕੇ ਜਾਂ ਸਡਨ ਚੱਲਣ ਦੇ ਕਰਕੇ, ਠੀਕ ਹੈ ਜੀ। ਸਟਾਪਿੰਗ ਔਰ ਸਟਾਰਟਿੰਗ ਹੋਣ ਦੇ ਕਰਕੇ ਜਿਹੜਾ ਸਾਡੇ ਕੋਲੋਂ ਲੋਡਸ ਡਿਵੈਲਪ ਹੋਣਗੇ ਉਹ ਕਿਹੜੇ ਲੋਡਸ ਹੋਣਗੇ? ਅਲੋਂਗ ਦੀ ਰੇਲ ਜਿਹੜੇ ਹੋਣਗੇ ਲੌਂਗੀਟਿਊਡਨਲ ਜਾਂ ਡਰੈਗ, ਜਾਂ ਇਹਨੂੰ ਅਸੀਂ ਇੱਕ ਹੋਰ ਨਾਮ ਨਾਲ ਜਾਣਦੇ, these are also called braking loads। ਸੋ ਬ੍ਰੇਕਿੰਗ ਲੋਡਸ ਪੈਦਾ ਹੋਣਗੇ। ਹੁਣ ਬ੍ਰੇਕਿੰਗ ਲੋਡ ਅਸੀਂ ਕਿਵੇਂ ਕੱਢਾਂਗੇ? ਸੇਮ ਇਹ ਵੀ ਸੈਕੰਡਰੀ ਲੋਡਸ ਆ। ਸੋ ਆਪਾਂ ਨੂੰ IS ਕੋਡ ਤੋਂ ਹੀ ਪੁੱਛਣਾ ਪੈਣਾ। ਸੋ ਫॉर दैट IS ਕੋਡ says that horizontal traction forces along the rail for all cranes, ਇਹ ਆਪਣੇ ਕੋਲੋਂ longitudinal forces। ਇਹਦੇ ਲਈ ਕੋਈ ਵੀ ਇਦਾਂ ਦਾ ਇਸ਼ੂ ਨਹੀਂ ਆ ਕਿ ਇਲੈਕਟ੍ਰੀਕਲੀ ਆਪਰੇਟਡ ਲਈ ਅਲੱਗ ਜਾਂ ਹੈਂਡ ਆਪਰੇਟਡ ਲਈ ਅਲੱਗ। ਇਟ ਇਜ਼ ਡਾਇਰੈਕਟਲੀ 5% ਆਫ ਸਟੈਟਿਕ ਵੀਲ ਲੋਡ, ਰਾਈਟ? ਸੋ ਆਪਾਂ ਹੁਣ ਉਹਦੇ ਅਕੋਰਡਿੰਗਲੀ ਸਟੈਟਿਕ ਵੀਲ ਲੋਡ ਵੱਲ ਮੂਵ ਕਰਦੇ ਹਾਂ। ਸੋ it is horizontal loads along the rail, ਜਾਂ ਆਪਾਂ ਲਿਖ ਦਿੰਦੇ ਹਾਂ drag loads along rails। ਇਹ ਆਪਣੇ ਕੋਲੋਂ ਕਿੰਨਾ ਹੋ ਗਿਆ? IS code says 5% of maximum static wheel load। ਸੋ ਇਹ ਆਪਣੇ ਕੋਲੋਂ ਸੋਲਵ ਕਰਕੇ ਆ ਗਿਆ। ਹੁਣ ਇੱਥੇ ਆਪਣੇ ਕੋਲ ਮੈਕਸਿਮਮ ਸਟੈਟਿਕ ਵੀਲ ਲੋਡ ਕਿੰਨਾ ਆਪਾਂ ਦੇਖਿਆ ਉੱਪਰ? ਇਟ ਇਜ਼ 200.5। ਯਾਦ ਰੱਖਣਾ ਅਸੀਂ ਫੈਕਟਰਡ ਨਹੀਂ ਲੈਣਾ, ਕਿਉਂਕਿ ਜੇ ਅਸੀਂ ਫੈਕਟਰ ਲੈ ਲਿਆ ਫਿਰ ਅਸੀਂ ਦੁਬਾਰਾ ਤੋਂ ਫੈਕਟਰਡ ਨਹੀਂ ਕਰ ਸਕਦੇ, ਦੋ ਵਾਰੀ ਫੈਕਟਰ ਹੋ ਜਾਏਗਾ। ਸੋ ਫॉर दैट ਅਸੀਂ ਪਹਿਲਾਂ ਵਰਕਿੰਗ ਕੰਡੀਸ਼ਨ ਵਾਲਾ ਲੋਡ ਲਵਾਂਗੇ, ਫੈਕਟਰਡ ਉਹਨੂੰ ਬਾਅਦ ਵਿੱਚੋਂ ਕਰਾਂਗੇ। ਇਟ ਇਜ਼ 200.5।
सो ये सॉल्व करके अपने को आ गया 10.025 किलो न्यूटन्स, राइट। सो फैक्टर्ड ड्रैग फोर्स कितनी आ गई, factored drag load, it comes 1.5 into 10.025 and it comes 15 point, right? So this is the value of factored drag load. So ये साडे कोलों loads हो गए, step number 1 complete हो गया कि किस तरीके दे नाल असी loads लेने आ। सो इन नैक्सट वीडियो ਆਪਾਂ ਸਟਾਰਟ ਕਰਾਂਗੇ ਇਹਨਾਂ ਲੋਡਸ ਤੋਂ ਹੀ ਵਰਟੀਕਲ ਲੋਡਸ ਤੋਂ ਵਰਟੀਕਲ ਬੈਂਡਿੰਗ ਮੂਵਮੈਂਟ ਕਿਵੇਂ ਕੱਢਣੀ ਆ, ਲੇਟਰਲ ਲੋਡਸ ਤੋਂ ਲੇਟਰਲ ਬੈਂਡਿੰਗ ਮੂਵਮੈਂਟ ਕਿਵੇਂ ਕੱਢਣੀ ਆ, ਤੇ ਲੌਂਗੀਟਿਊਡਨਲ ਲੋਡਸ ਤੋਂ ਲੌਂਗੀਟਿਊਡਨਲ ਬੈਂਡਿੰਗ ਮੂਵਮੈਂਟ ਕਿਵੇਂ ਕੱਢਣੀ ਆ, ਜਾਂ ਬੈਂਡਿੰਗ ਮੂਵਮੈਂਟ ਡਿਊ ਟੂ ਡਰੈਗ ਕਿਵੇਂ ਕੱਢਣੀ ਆ। ਸੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।